हाँ बुद्ध प्रभ तुच्छ हमारी, बरन सके महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। हमरी जात पात गुर सतगुर, हम बेचो सिर गुर के। जन नानक नाम परयो गुर चेला, गुर राखो लाज जन के। गुरु प्यारी साध संगत जी, सतगुरां ने किरपा करके सानू साध संगत दीयां घड़ियां बख्शिश कीतियां हन, जो कि वड्डे भागां दी निशानी है कि आपां साहिब श्री गुरु ग्रंथ साहिब जी महाराज दे पास आके बैठे हाँ। तिन्हां दी रब्बी बाणी नूं सरवण करन वास्ते। सो आओ गुरबाणी दे विचार नूं आरंभ करिए। प्रथम प्यार दे नाल आखो जी वाहिगुरु जी का खालसा, वाहिगुरु जी की फतेह। अज दा पावन हुक्मनामा गुरु रामदास जी महाराज उन्हां दी रसना तो गायन किया होया है, जो कि सूही राग दे विच 731 अंग तो आरंभ हो के 732 अंग ते समाप्ति हो जाती है इस पावन शब्द की। गुरु महाराज जी फरमाउंदे ने सूही महला चौथा। सूही राग का नाम महला चौथा तो भाव गुरु रामदास जी की ये बाणी है। हर नामा हर रंग है, हर रंग मजीठै रंग। गुर टुठै हर रंग चाढ़िया, फिर बहुड़ न होवी भंग। मेरे मन हर राम नाम कर रंग। गुर टुठै हर उपदेशिया, हर भेटिया राव निसंग। गुरु साहिब जी फरमाउंदे हन कि परमात्मा दा जिहड़ा नाम आ ना, वो मजीठ दे रंग वर्गा। एक बेल हुंदी आ, उहदी जदों डाहणी आपां तोड़दे आ, ਉਹਦੇ ਵਿੱਚੋਂ ਜਿਹੜਾ रंग निकलदा वो बहुत पक्का हुंदा। ਉਹਨੂੰ ही मजीठ आख्या जांदा। ਉਹ ਧੋਤਿਆਂ भी उतरदा नहीं, उतारियां भी लैंदा नहीं, इतना पक्का रंग आ। एक कुसुंब दा रंग हुंदा ਜਿਹੜਾ कच्चा हुंदा, ਜਿਹੜਾ थोड़े दिन ही टिक सकदा। कच्चा रंग कुसुंब का, थोड़ियां दिन चार जियो। सो हर चीज़ का प्रभाव जिहड़ा हुंदा कई दफ़ा साडे मन ते थोड़े दिन रहिंदा, कई बार आखिरी दम तक रहिंदा। दुनिया 'च कुछ ऐसियां चीज़ां ने जिन्हां दा रंग थोड़े दिन चढ़दा ते उतर जांदा। प्रभाव रंग तो भाव की प्रभाव। दुनिया 'च कुछ ऐसियां चीज़ां ने मरदे दम तक उन्हां दा प्रभाव रहिंदा, उतारियां भी नहीं उतरदा, वो रोम रोम च बस जांदियां ने। गुरु रामदास जी कहते हैं कि हरी का जिहड़ा नाम आ ना,
ਉਹਦਾ ਜਿਹੜਾ ਰੰਗ ਆ ਮਜੀਠ ਦੇ ਰੰਗ ਵਰਗਾ ਪੱਕਾ ਹੈ, ਉਤਾਰਿਆਂ ਉਤਰਦਾ ਨਹੀਂ, ਲੱਥਦਾ ਨਹੀਂ। ਗੁਰ ਤੁਠੈ ਹਰ ਰੰਗ ਚਾੜਿਆ। ਗੁਰੂ ਨੇ ਕਿਰਪਾ ਕਰਕੇ ਜਿਹਦੇ ਤੇ ਨਾਮ ਦਾ ਰੰਗ ਚਾੜਿਆ ਹੈ, ਫਿਰ ਬਹੁੜ ਨਾ ਹੋਵੀ ਭੰਗ। ਫਿਰ ਭਾਵ ਕਿ ਉਹਦਾ ਜੀਵਨ ਬੇਅਰਥਾ ਨਹੀਂ ਜਾਂਦਾ। ਹੁਣ ਸੋਝੀ ਆ ਜਾਂਦੀ ਆ, ਆਤਮਿਕ ਰੂਹਾਨੀਅਤ ਵਾਲੀ ਜ਼ਿੰਦਗੀ ਉਹਨੂੰ ਮਿਲ ਜਾਂਦੀ ਆ। ਹੇ ਮੇਰੇ ਮਨ ਹਰ ਰਾਮ ਨਾਮ ਕਰ ਰੰਗ। ਤੂੰ ਵੀ ਪਰਮਾਤਮਾ ਦੇ ਨਾਮ ਵਿੱਚ ਰੰਗਿਆ ਜਾ, ਕਿਉਂਕਿ ਬਾਕੀ ਸਾਰੇ ਰੰਗ ਕੱਚੇ ਨੇ। ਬਾਕੀ ਸਾਰੇ ਰੰਗ ਕੱਚੇ ਨੇ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ। ਹਮ ਭੀ ਵੰਜਾਂ ਡੁੰਮਣੀ ਰੋਮਾ ਚੀਣੀ ਬਾਣ। ਕੀ ਨਾ ਸੁਨੇਹੀ ਗੋਰੀਏ ਆਪਣ ਕੰਨੀ ਸੋਏ। ਲੱਗੀ ਆਵੇ ਸਾਹੁਰੇ ਨਿਤ ਨ ਪਈਆ ਹੋਏ। ਧਨ ਜੋਵਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ। ਪੱਬਣ ਕੇਰੇ ਪੱਤ ਜਿਉ ਢਲ ਟੁਲ ਜੁਮਨ ਹਾਰ। ਰੰਗ ਮਾਣ ਲੈ ਪਿਆਰਿਆ ਜਾਂ ਜੋਵਨ ਨਾ ਹੁਲਾ। ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋੜਾ। ਇੱਥੇ ਗੁਰੂ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਧਨ ਪੈਸਾ ਜੋਵਨ ਜਵਾਨੀ ਅਰ ਫੁੱਲੜਾ ਤੇ ਫੁੱਲ ਖਿੜਿਆ ਹੋਇਆ ਫੁੱਲ। ਨਾਠੀੜੇ ਦਿਨ ਚਾਰ ਦਿਨਾਂ ਦੇ ਪ੍ਰਾਹੁਣੇ ਹੁੰਦੇ ਨੇ। ਪੈਸਾ ਜਵਾਨੀ ਤੇ ਖਿੜਿਆ ਹੋਇਆ ਫੁੱਲ 4 ਦਿਨਾਂ ਦੇ ਮਹਿਮਾਨ ਹੁੰਦੇ ਨੇ। ਪੱਬਣ ਕੇਰੇ ਪੱਤ ਜਿਉਂ ਢਲ ਟੁਲ ਜੁਮਨ ਹਾਰ। ਤੇ ਸਮੁੰਦਰ ਦੇ ਕਿਨਾਰੇ ਕੋਈ ਵੀ ਚੀਜ਼ ਆਪਾਂ ਲਾ ਦਈਏ, ਬੂਟਾ, ਉਹ ਕਿਤਨਾ ਕੁ ਸਮਾਂ ਰਹਿ ਸਕਦਾ ਹੈ। ਰੇਤ ਦੀ ਕੰਧ ਜਿਹੜੀ ਹੁੰਦੀ ਆ ਕਿਤਨਾ ਸਮਾਂ ਟਿਕ ਸਕਦੀ ਆ, ਬਹੁਤਾ ਸਮਾਂ ਨਹੀਂ ਰਹਿ ਸਕਦੀ। ਪਾਣੀ ਉਹਨੂੰ ਖੋਰ ਦੇਗਾ, ਕਿਰ ਜਾਵੇਗੀ, ਉਹ ਡਿੱਗ ਪਵੇਗੀ। ਇਵੇਂ ਧਨ ਜੋਵਨ ਜਵਾਨੀ ਪੈਸਾ ਇਹ 4 ਦਿਨਾਂ ਦੇ ਮਹਿਮਾਨ ਹੁੰਦੇ ਨੇ। ਕੱਚਾ ਰੰਗ ਹੁੰਦਾ, ਭਾਵ ਕਿ ਰੰਗ ਹੋ ਰਹੀ ਆ, ਗੱਲ ਹੋ ਰਹੀ ਆ ਕੱਚੇ ਤੇ ਪੱਕੇ ਰੰਗ ਦੀ। ਕੱਚਾ ਰੰਗ ਤੇ ਪੱਕਾ ਰੰਗ। ਗੁਰੂ ਵਾਲਾ ਰੰਗ ਮਜੀਠ ਦਾ। ਬਾਕੀ ਜਿਤਨੇ ਰੰਗ ਨੇ ਕੁਸੁੰਭ ਦੇ ਰੰਗ ਨੇ। ਕੱਚਾ ਰੰਗ ਕੁਸੁੰਭ ਕਾ ਥੋੜਣਿਆ ਦਿਨ ਚਾਰ। ਇਸ ਕਰਕੇ ਅਗਿਆਨੀ ਬੰਦੇ ਨੂੰ ਲੱਗਦਾ ਹੈ, ਮੂਰਖ ਬੰਦੇ ਨੂੰ ਇਉਂ ਲੱਗਦਾ ਕਿ ਇਹ ਚੀਜ਼ ਜਿਹੜੀ ਆ ਇਹ ਪੱਕੀ ਆ। ਕੱਚੀ ਚੀਜ਼ ਨੂੰ ਆਖਦਾ ਹੈ ਪੱਕੀ, ਪੱਕੀ ਚੀਜ਼ ਨੂੰ ਆਖਦਾ ਹੈ ਕੱਚੀ। ਤੇ ਮਿੱਠੀ ਚੀਜ਼ ਨੂੰ ਕੌੜਾ ਆਖਦਾ ਹੈ, ਕੌੜੀ ਚੀਜ਼ ਨੂੰ ਮਿੱਠਾ ਆਖਦਾ ਹੈ। ਮੀਠੇ ਕੋ ਕੌੜਾ ਕਹੈ, ਕੜੂਏ ਕੋ ਮਿੱਠਾ। ਰਾਤੇ ਕੀ ਨਿੰਦਾ ਕਰਹਿ, ਐਸਾ ਕਲ ਮੈਂ ਡੀਠਾ। मीठे को कड़ुआ कहे कड़ुए को मीठा, राते की निंदा करे ऐसा कल मैं डीठा। ਇਹ ਕੱਲ ਦੇ ਵਿੱਚ, ਇਸ ਯੁੱਗ ਦੇ ਵਿੱਚ ਅਸੀਂ ਤੱਕਿਆ ਹੈ। ਲੋਕ ਪੱਕੇ ਰੰਗ ਨੂੰ ਕੱਚਾ ਰੰਗ ਕਹਿੰਦੇ ਨੇ, ਕੱਚੇ ਰੰਗ ਨੂੰ ਪੱਕਾ ਰੰਗ ਕਹਿੰਦੇ ਨੇ। ਮਿੱਠੀਆਂ ਚੀਜ਼ਾਂ ਨੂੰ ਕੌੜੀਆਂ ਦੱਸਦੇ ਨੇ, ਕੌੜੀਆਂ ਨੂੰ ਮਿੱਠੀਆਂ ਦੱਸਦੇ ਨੇ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਇਹ ਬਾਕੀ ਚੀਜ਼ਾਂ ਜਿਤਨੀਆਂ ਨੇ, ਇਹ ਜਿਵੇਂ ਆਪਾਂ ਜ਼ਹਿਰ ਦੇ ਉੱਪਰ ਸ਼ਹਿਦ ਲਾ ਦਈਏ, ਜ਼ਹਿਰ ਦੀਆਂ ਡਲੀਆਂ ਨੇ ਉਹਨਾਂ ਉੱਪਰ ਸ਼ਹਿਦ ਲਾ ਦਈਏ, ਖੰਡ ਦਾ ਲੇਪ ਲਾ ਦਈਏ, ਉੱਪਰ ਮਿਠਾਸ ਆ ਪਰ ਉਹਨਾਂ ਦੇ ਅੰਦਰ ਬੜੀ ਕੜੱਤਣ ਆ। ਕੜੱਤਣ ਕੀ ਜ਼ਹਿਰ, ਉਹਦਾ ਭੁਲੇਖਾ ਪੈ ਜਾਂਦਾ। ਦੇਖ ਫਰੀਦਾ ਜੋ ਥੀਆ, ਸ਼ੱਕਰ ਹੋਈ ਵਿਸ। ਸਾਈਂ ਬਾਝੋਂ ਆਪਣੇ ਵੇੜਨ ਕਹੀਏ ਕਿਸ। ਭਗਤ ਫਰੀਦ ਜੀ ਕਹਿੰਦੇ ਕਿ ਸ਼ੱਕਰ ਦੇ ਉੱਪਰ ਜ਼ਹਿਰ ਲਿਪਟੀ ਹੋਈ ਆ, ਸਮਾਂ ਪਾ ਕੇ ਸ਼ੱਕਰ ਜ਼ਹਿਰ ਬਣ ਜਾਂਦੀ ਆ। ਜ਼ਹਿਰ ਦੇ ਉੱਪਰ ਸ਼ੱਕਰ ਦਾ ਲੇਪ ਆ,
ਇਹ ਪੀੜਾ ਮੈਂ ਕਿਸ ਨੂੰ ਕਹਾਂ ਆਪਦੇ ਸਾਈਂ ਤੋਂ ਬਿਨਾ। ਭਾਵ ਕਿ ਉਹ ਚੀਜ਼ਾਂ ਜਿਹੜੀਆਂ ਮੰਗੀਆਂ ਸੀ ਕਦੇ ਅਰਦਾਸਾਂ ਕਰ ਕਰਕੇ, ਉਹੀ ਚੀਜ਼ਾਂ ਮੈਨੂੰ ਹੁਣ ਤਕਲੀਫਾਂ ਦਿੰਦੀਆਂ ਨੇ, ਦੁਖੀ ਕਰਦੀਆਂ ਨੇ। ਦੇਖ ਫਰੀਦਾ ਜੇ ਥੀਆ ਸ਼ੱਕਰ ਹੋਈ ਵੈਸ, ਸਾਈਂ ਬਾਝੋਂ ਆਪਣੇ ਵੇਦਨ ਕਹੀਏ ਕੈਸ। ਇਹ ਪੀੜਾ ਮੈਂ ਆਪਦੇ ਸਾਈਂ ਬਿਨਾ ਕਿਸ ਨੂੰ ਕਹਾਂ, ਕਿਸ ਨੂੰ ਆਖਾਂ, ਕਿਸ ਨੂੰ ਸਮਝਾਵਾਂ। ਗੁਰੂ ਤੋਂ ਬਿਨਾ ਕੋਈ ਸਮਝੇਗਾ ਨਹੀਂ। ਹੇ ਮੇਰੇ ਮਨ ਹਰ ਰਾਮ ਨਾਮ ਕਰ ਰੰਗ, ਤੂੰ ਜਾਣ ਲੈ ਜਵਾਨੀ ਮਿਲੀ ਆ ਚਲੀ ਜਾਵੇਗੀ। ਮਿਲਿਆ ਹੈ ਬਚਪਨ ਚਲਿਆ ਜਾਵੇਗਾ, ਮਿਲੀ ਆ ਜਵਾਨੀ ਚਲੀ ਜਾਵੇਗੀ। ਮਿਲਿਆ ਹੈ ਬੁਢੇਪਾ ਸਦਾ ਨਹੀਂ ਰਹੇਗਾ, ਮੌਤ ਵਿੱਚ ਜਾ ਕੇ ਬਦਲ ਜਾਵੇਗਾ। ਇਸ ਕਰਕੇ ਜਿਹੜਾ ਅੱਜ ਬਜ਼ੁਰਗ ਹੈ ਸਰੀਰ, ਉਹ ਕੁਝ ਸਮੇਂ ਪਹਿਲਾਂ ਜਵਾਨ ਸੀ। ਜਿਹੜਾ ਅੱਜ ਜਵਾਨ ਹੈ ਉਹ ਕੁਝ ਸਮੇਂ ਪਹਿਲਾਂ ਬੱਚਾ ਸੀ। ਜੋ ਬੱਚਾ ਹੈ, ਬੱਚਾ ਕੁਝ ਸਮੇਂ ਪਹਿਲਾਂ ਮਾਂ ਦੇ ਗਰਭ ਦੇ ਵਿੱਚ ਸੀ। ਉਸ ਤੋਂ ਪਹਿਲਾਂ ਉਹ ਇੱਕ ਅਣੂ ਸੀ, ਮਾਸ ਦਾ ਲੋਥੜਾ ਸੀ, ਅਣੂ ਸੀ। ਇਸ ਕਰਕੇ ਮਾਸ ਦੇ ਲੋਥੜੇ ਤੋਂ ਬੱਚੇ ਦਾ ਰੂਪ, ਬੱਚੇ ਤੋਂ ਜਵਾਨ, ਜਵਾਨ ਤੋਂ ਬੁੱਢਾ, ਬੁੱਢੇ ਤੋਂ ਫਿਰ ਮਿੱਟੀ ਵਿੱਚ ਹੋ ਕੇ ਮਿੱਟੀ ਹੋ ਗਿਆ ਇਹ ਸਰੀਰ। ਕਬੀਰ 4 ਦਿਵਸ ਕੇ ਪ੍ਰਾਹੁਣੇ, ਵੱਡ ਵੱਡ ਰੂਦੈ ਠਾਓ। ਮਾਟੀ ਕੇ ਹਮ ਪੁੱਤਰੇ, ਮਾਨਸ ਰਾਖਿਓ ਨਾ। ਅਸੀਂ ਇੱਕ ਮਿੱਟੀ ਦੇ ਪੁਤਲੇ ਹਾਂ। ਕਈ ਵਿਦਵਾਨ ਤਾਂ ਇਵੇਂ ਕਹਿੰਦੇ ਨੇ, ਕਹਿੰਦੇ ਮਿੱਟੀ ਨੂੰ ਖੁਰਨ ਨੂੰ ਤਾਂ ਟਾਈਮ ਲੱਗਦਾ, ਕਈ ਵਾਰੀ ਉਹ ਜੰਮ ਜਾਂਦੀ ਹੈ, ਉਹਨੂੰ ਪੱਟਣ ਲੱਗਿਆਂ ਵੀ ਟਾਈਮ ਲੱਗਦਾ। ਅਸਲ 'ਚ ਬੰਦਾ ਰੇਤਾ ਹੈ। ਗੁਰੂ ਤੇਗ ਬਹਾਦਰ ਜੀ ਨੇ ਇਹਨੂੰ ਆਖਿਆ ਹੈ, ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਭੀਤ। ਜਿਵੇਂ ਰੇਤਾ ਦੀ ਕੰਧ ਹੁੰਦੀ ਆ, ਇਵੇਂ ਆ ਸੰਸਾਰ। ਬਣਾਓ ਬਣਦੀ ਨਹੀਂ, ਟਿਕਾਓ ਟਿਕਦੀ ਨਹੀਂ। ਇੱਦਾਂ ਦੀ ਇਹ ਦੁਨੀਆ, ਰੇਤਾ ਦੀ ਇਹਨੂੰ ਕੰਧ ਜਾਣੋ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋਰੇ ਮੀਤ। ਹੇ ਮੇਰੇ ਮੀਤ, ਹੇ ਮੇਰੇ ਸੱਜਣ, ਹੇ ਮੇਰੇ ਪਿਆਰੇ, ਤੂੰ ਜਾਣ ਲੈ ਇਹ ਰਚਨਾ ਦੁਨੀਆ 4 ਦਿਨਾਂ ਦੀ ਬਾਜੀ ਆ, ਕੱਚਾ ਰੰਗ ਆ, ਸਦਾ ਰਹਿਣ ਵਾਲੀ ਕੋਈ ਚੀਜ਼ ਨਹੀਂ। ਕਾਰਨ ਪਤਾ ਕੀ ਹੈ? ਬੰਦੇ ਨੂੰ ਹਜੇ ਪੱਕਾ ਰੰਗ ਤੇ ਕੱਚਾ ਰੰਗ, ਇਹਦੇ ਅਰਥ ਹੀ ਨਹੀਂ ਪਤਾ। ਜਿਹਨੂੰ ਪਤਾ ਹੋਵੇ ਕੱਚਾ ਰੰਗ ਇਹ ਆ ਤੇ ਪੱਕਾ ਰੰਗ ਇਹ ਆ, ਉਹ ਕੱਚੇ ਰੰਗ ਮਗਰ ਨਹੀਂ ਜਾਵੇਗਾ, ਪੱਕੇ ਰੰਗ ਮਗਰ ਜਾਵੇਗਾ। ਉਹ ਰੰਗ ਜਿਹੜਾ ਉਤਰਦਾ ਨਹੀਂ। ਬਾਕੀ ਤਮਾਮ ਚੀਜ਼ਾਂ ਜਿਹੜੀਆਂ ਨੇ ਸਮਾਂ ਪਾ ਕੇ ਫਿੱਕੀਆਂ ਹੋ ਜਾਂਦੀਆਂ। ਰੂਪ ਜਿਹੜਾ ਹੈ ਉਹ ਵੀ ਢਲ ਜਾਂਦਾ, ਝੁਰੜੀਆਂ ਪੈ ਜਾਂਦੀਆਂ। ਜੋਸ਼ ਜਿਹੜਾ ਹੁੰਦਾ, ਹੋਸ਼ ਜਿਹੜਾ ਹੁੰਦਾ, ਉਹ ਵੀ ਬਦਲ ਜਾਂਦਾ। ਇਉਂ ਅਵਸਥਾਵਾਂ ਲਿਖੀਆਂ ਨੇ ਮਹਾਰਾਜ ਨੇ। 10 ਬਾਲਤਨ 20 ਰਵਣ, 30 ਕਾ ਸੁੰਦਰ ਕਹਾਵੇ। 40 ਪਰ ਹੋਏ 85, ਪਗ ਖਿਸੈ 60 ਕੇ ਬੁਢੇਪਾ ਆਵੇ। 70 ਕਾ ਮਤਹੀਣ, 80 ਕਾ ਵਿਵਹਾਰ ਨ ਪਾਵੇ। 90 ਕਾ ਸਹਿਜਾਸਣੀ, ਮੂੜ ਨ ਜਾਣੇ ਆਪ ਬਲ। ਟੰਡੋਲਮ ਢੂੰਡਮ ਡਿਠ ਮੈਂ, ਨਾਨਕ ਜਗ ਧੂਏ ਕਾ ਤਵਲ ਹਰ। ਨਾਨਕ ਜਗ ਧੂਏ ਕਾ ਤਵਲ ਹਰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਮੈਂ ਦੇਖਿਆ, ਮੈਂ ਜਾਣਿਆ, ਮੈਂ ਬੁੱਝਿਆ, ਮੈਂ ਖੋਜਿਆ, ਇਹ ਦੁਨੀਆ ਧੂਏ ਦਾ ਪਹਾੜ। ਕਦੇ ਗੌਰ ਨਾ ਦੇਖਿਓ, ਧੂਆਂ ਇੱਕ ਜਗ੍ਹਾ ਟਿਕੇ ਨਹੀਂ ਰਹਿੰਦਾ। ਇਹ ਜਗ ਧੂਏ ਕਾ ਧਵਲ ਹਰ। ਗੁਰੂ ਨਾਨਕ ਜੀ, ਇਹ ਦੁਨੀਆ ਧੂਏ ਦੇ ਵਾਂਗ ਆ। ਜਿਵੇਂ ਧੂਆਂ ਟਿਕਦਾ ਨਹੀਂ ਨਾ ਇੱਕ ਜਗ੍ਹਾ, ਵੇਖਦਿਆਂ ਵੇਖਦਿਆਂ ਅੱਖਾਂ ਤੋਂ ਲਾਂਭੇ ਹੋ ਜਾਂਦਾ। ਸਾਹਮਣੇ ਸਾਡੇ ਸਰੀਰ ਸਾਡਾ ਬਚਪਨ ਤੋਂ
ਲਾਂਬੇ ਹੋ ਕੇ ਬਚਪਨ ਮਿਲਿਆ ਸੀ, ਵਿਛੜਿਆ ਜਵਾਨੀ ਆ ਗਈ। ਜਵਾਨੀ ਮਿਲੀ ਸੀ, ਵਿਛੜ ਜਾਵੇਗੀ, ਬੁਢੇਪਾ ਹੋ ਜਾਏਗਾ। ਬੁਢੇਪਾ ਵੀ ਕਿਹੜਾ ਸਦਾ ਰਹੇਗਾ। ਭਾਵ ਕਿ ਇੱਥੇ ਟਿਕਣ ਵਾਲਾ ਕੁਝ ਨਹੀਂ ਹੈਗਾ। ਕਹਿ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਪੀਤ। ਬ੍ਰਹਿਮੰਡ ਇੱਕ ਇਹੋ ਜਿਹੀ ਚੀਜ਼ ਆ ਜਿਹੜਾ ਯੂਨੀਵਰਸ ਆ, ਉਹਦੇ 'ਚ ਪਲ ਪਲ 'ਚ ਤਬਦੀਲੀ ਹੋ ਰਹੀ ਆ। ਇੱਕ ਇੱਕ ਛਿਨ ਬਾਅਦ ਕੋਈ ਚੀਜ਼ ਬਦਲ ਰਹੀ ਆ। ਇੱਕ ਪੁਸਤਕ ਪੜ੍ਹੀ ਸੀ, ਬੜੀ ਸੁੰਦਰ ਸੀ। ਉਹਦੇ ਵਿੱਚ ਲਿਖਿਆ, ਕਹਿੰਦੇ ਸੂਰਜ ਦੀ ਰੌਸ਼ਨੀ ਜਿਸ ਤੇ ਪੈ ਰਹੀ ਆ, ਜਾਂ ਤਾਂ ਉਹ ਪੱਕ ਰਿਹਾ ਜਾਂ ਮੁਰਝਾ ਰਿਹਾ। ਦੋ ਹੀ ਗੱਲਾਂ ਨੇ। ਸੂਰਜ ਦੀ ਰੌਸ਼ਨੀ ਜਿਸ ਤੇ ਪੈ ਰਹੀ ਆ, ਜਾਂ ਤਾਂ ਉਹ ਜਵਾਨ ਹੋ ਰਿਹਾ, ਜਾਂ ਉਹ ਬੁੱਢਾ ਹੋ ਰਿਹਾ, ਜਾਂ ਉਹ ਮਰ ਰਿਹਾ, ਤਕਲੀਫ ਦੇ ਵਿੱਚ ਆ, ਆਖਰੀ ਸਾਹਾਂ ਤੇ ਆ। ਇੱਕ ਸਾਰ ਕੋਈ ਚੀਜ਼ ਟਿਕੀ ਨਹੀਂ ਇੱਥੇ। ਬਦਲਾਵ ਹੋ ਰਹੇ ਆ ਬ੍ਰਹਿਮੰਡ ਦੇ ਵਿੱਚ ਪਲ ਪਲ 'ਚ, ਛਿਨ ਛਿਨ 'ਚ। ਸੂਰਜ ਵੀ ਬਦਲ ਰਿਹਾ। ਘਟੰਤ ਸੂਰਜ ਘਟੰਤ ਦੀਪੰ, ਗੁਰੂ ਅਰਜਨ ਦੇਵ ਜੀ। ਸੂਰਜ ਵੀ ਜਿਹੜਾ ਹੈ ਨਾ, ਤੇ ਉਹ 'ਚ ਵੀ ਤਬਦੀਲੀ ਹੋ ਰਹੀ ਆ। ਚੰਦਰਮਾ 'ਚ ਵੀ ਤਬਦੀਲੀ ਹੋ ਰਹੀ ਆ। ਸੋ ਮਹਾਰਾਜ ਕਹਿੰਦੇ ਆ, ਮੈਂ ਦੇਖਿਆ ਹੈ ਇਹ ਦੁਨੀਆ ਸ਼ਹਿਰ ਮੇਲਾ ਹੈ। 4 ਦਿਨਾਂ ਦੀ ਬਾਜੀ ਆ, ਮਦਾਰੀ ਦੀ ਡੁਗਡੁਗੀ ਆ ਜਿਹੜੀ ਵੱਜ ਕੇ ਹਟ ਜੇਗੀ। ਇਹ ਦੁਨੀਆ ਚਿੱਟਾ ਪਲਾਸਟਰੀ ਬੰਦਰ ਆ। ਇੱਕ ਪਲਾਸਟਰ ਆਫ ਪੈਰਿਸ, ਜਿਹਨੂੰ POP ਕਹਿੰਦੇ ਆਪਾਂ। ਕਹਿੰਦੇ ਦੇਖਣ ਨੂੰ ਬੜਾ ਸੋਹਣਾ, ਪਰ ਹੈਗਾ ਝੂਠ ਆ। 10 ਬਾਲਤਨ 20 ਰਵਣ, 30 ਕਾ ਸੁੰਦਰ ਕਹਾਵੇ। 40 ਪਰ ਹੋਏ 85 ਪਗ ਖਿਸੈ। 60 ਕੇ ਬੁਢੇਪਾ ਆਵੇ। 70 ਕਾ ਮਤਹੀਣ, 80 ਕਾ ਵਿਵਹਾਰ ਨਾ ਪਾਵੇ। 10 ਸਾਲਾਂ ਦੇ ਹੁੰਨੇ ਆ, ਬੱਚੇ ਕਹਾਉਣੇ ਆ। 20 ਸਾਲਾਂ ਦੇ ਹੁੰਨੇ ਆ, ਕਿਸ਼ੋਰ ਅਵਸਥਾ ਕਹੀਦੀ ਆ। ਨਾ ਕਹੀਦਾ ਸਿਆਣਾ, ਨਾ ਕਹੀਦਾ ਨਿਆਣਾ। 30 ਕਾ ਸੁੰਦਰ ਕਹਾਵੇ। 30 ਦੇ ਹੋ ਕੇ ਬੜੇ ਸੁੰਦਰ ਕਹਾਉਣੇ ਆ। ਜੋਸ਼ ਹੁੰਦਾ, ਹੋਸ਼ ਹੁੰਦਾ, ਦਿਮਾਗ ਵੀ ਪੂਰਾ ਕੰਮ ਕਰਦਾ ਹੈ। 40 ਪਰ ਹੋਏ 85 ਪਗ ਖਿਸੈ। 60 ਕੇ ਬੁਢੇਪਾ ਆਵੇ। 50 ਦੇ ਹੋ ਕੇ ਅੱਧ ਖੜ ਹੋ ਜਾਂਦੇ ਆ। 50 ਤੋਂ ਪਾਰ ਜਾ ਕੇ ਬੁਢੇਪੇ ਵੱਲ ਪੈਰ ਖਿਸਕਦਾ ਬੰਦੇ ਦਾ। 70 ਦਾ ਹੋ ਕੇ ਮਤਹੀਣੇ ਹੋ ਜਾਂਦੇ ਆ। ਦਿਮਾਗ ਉਹਨਾਂ ਕੰਮ ਨਹੀਂ ਕਰਦਾ, ਭੁੱਲਣ ਲੱਗ ਜਾਂਦੇ ਆ। ਹੈ ਕੋਈ ਚੀਜ਼ ਇੱਥੇ ਸਦਾ ਟਿਕੀ ਹੋਈ ਨਹੀਂ, ਪਲ ਪਲ ਬਦਲਦੇ ਹਾਂ। 90 ਕਾ ਸਹਿਜਾਸਣੀ। 90 ਦੇ ਹੋ ਕੇ ਮੰਜੇ ਨਾਲ ਲੱਗ ਜਾਂਦੇ ਆ। ਪਿਆਰ ਪੈ ਜਾਂਦਾ, ਇੱਕ ਥਾਂ ਆਸਣ ਹੋ ਜਾਂਦਾ, ਇੱਕ ਜਗ੍ਹਾ ਹੀ ਬਹਿਣਾ ਪੈਂਦਾ। ਇਸ ਕਰਕੇ ਇਹ ਜਿਹੜੀ ਦੁਨੀਆ ਹੈ ਨਾ, ਇਹਦੇ ਜਿਹੜੇ ਰੰਗ ਨੇ, ਧਨ ਜੋਵਨ ਅਰ ਫੁੱਲੜਾ। ਨਾਠੀੜੇ ਦਿਨ 4 ਪੱਬਣ ਕੇਰੇ ਪੱਤ, ਜਿਉਂ ਢਲ ਢੁਲ ਜੁਮਣ ਹਾਰ। ਸੂਰਜ ਦੀ ਰੌਸ਼ਨੀ ਜਿਹਦੇ ਤੇ ਪੈ ਰਹੀ ਆ, ਜਾਂ ਤਾਂ ਉਹ ਪੱਕ ਰਿਹਾ ਜਾਂ ਮੁਰਝਾ ਰਿਹਾ। ਇਸ ਕਰਕੇ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਕਹਿੰਦੇ ਨੇ ਕਿ ਇੱਕ ਐਸਾ ਰੰਗ ਵੀ ਆ ਸਿੱਖਾ, ਜਿਹੜਾ ਕਿ ਪੱਕਾ ਮਜੀਠ ਵਾਲਾ, ਬਾਕੀ ਕੁਸੁੰਭ ਦੇ ਰੰਗ ਨੇ। ਜਿਵੇਂ ਕੁਸੁੰਭੇ ਦਾ ਫੁੱਲ ਹੁੰਦਾ, ਉਹਦਾ ਰੰਗ ਕੱਚਾ ਹੁੰਦਾ। ਮਜੀਠ ਦੀ ਬੇਲ ਹੁੰਦੀ ਆ, ਉਹਨੂੰ ਤੋੜੀਏ ਤੇ ਉਹਦਾ ਰੰਗ ਪੱਕਾ ਹੁੰਦਾ। ਇਵੇਂ ਇੱਥੇ ਵੀ ਇੱਕ ਪੱਕਾ ਰੰਗ ਆ, ਇੱਕ ਕੱਚਾ ਰੰਗ ਆ। ਤੁਸੀਂ ਕਿਹਨੂੰ ਚੁਣਨਾ ਹੈ, ਤੁਹਾਡੇ ਤੇ ਆ। ਮੁੰਦ ਇਆਣੀ ਮਨਮੁਖੀ, ਫਿਰ ਆਵਣ ਜਾਣਾ ਅੰਗ। ਐਸੀ ਮੂੜ ਜੀਵ ਇਸਤਰੀ ਜਿਹੜੀ ਆਤਮਾ ਹੈ ਨਾ, ਉਹਦਾ ਵਾਰ-ਵਾਰ ਆਉਣਾ ਜਾਣਾ ਲੱਗਾ ਰਹਿੰਦਾ। ਜਿਤਨਾ ਸਮਾਂ ਪੱਕੇ ਰੰਗ ਨੂੰ ਚੁਣਦੀ ਨਹੀਂ, ਇੱਥੇ ਆ ਕੇ ਹਰ ਪ੍ਰਭ ਚਿੱਤ ਨ ਆਇਓ, ਮਨ ਦੂਜਾ ਭਾਉ ਸਹਿਲੰਗ। ਹਰੀ ਦਾ ਨਾਮ ਚਿੱਤ ਨਾ ਆਇਆ, ਮਨ ਦੂਜੀਆਂ ਚੀਜ਼ਾਂ 'ਚ ਲੱਗਾ ਰਿਹਾ ਜਿਹੜੀਆਂ ਕੱਚੀਆਂ ਸਨ। ਕੱਚਿਆਂ ਦੇ ਸੰਗ ਹੋ ਕੇ ਕੱਚੇ ਹੋ ਗਏ। ਨਾਨਕ ਕੱਚੜਿਆਂ ਸਿਉ ਤੋੜ,
ਢੂੰਡ ਸੱਜਣ ਸੰਤ ਪੱਕਿਆਂ। ਕੱਚਿਆਂ ਨੂੰ ਛੱਡ ਕੇ ਪੱਕਿਆਂ ਦੇ ਸੰਗ ਹੋ ਜਾ, ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ। ਉਹ ਲੱਭ ਜਿਹੜੇ ਪੱਕੇ ਆ। ਹਾਂ ਮੈਲ ਭਰੇ ਦੋਹਚਾਰੀਆਂ ਹਰ ਰਾਖੋ ਅੰਗੀ ਅੰਗ। ਅਸੀਂ ਤਾਂ ਮੈਲ ਦੇ ਨਾਲ ਭਰੇ ਹੋਏ ਆ ਮਾਲਕਾ, ਸਾਡਾ ਅੰਗ ਅੰਗ ਭੰਗ ਆ। ਗੁਰ ਅੰਮ੍ਰਿਤ ਸਰ ਨ ਬੁਲਾਇਆ, ਸਭ ਲਾਥੇ ਕਿਲ ਵਿਖ ਭੰਗ। ਗੁਰੂ ਮਿਹਰ ਕਰੇ ਸੰਗਤ ਮਿਲਦੀ ਆ, ਅੰਮ੍ਰਿਤ ਰੂਪੀ ਉਹ 'ਚ ਇਸ਼ਨਾਨ ਕਰਕੇ ਸਾਰੇ ਕਿਲ ਵਿਖ ਪਾਪ ਲੈ ਜਾਂਦੇ ਨੇ। ਉਹ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ। ਜਦੋਂ ਮੇਲ ਕਰਾ ਦਿੰਦਾ ਰੱਬ ਦੇ ਪਿਆਰਿਆਂ ਦੇ ਨਾਲ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਸੰਗਤ ਨੂੰ ਮਿਲ ਕੇ ਹੀ ਮੈਂ ਰੰਗ ਪਾਇਆ, ਗੁਰੂ ਨੂੰ ਮਿਲ ਕੇ ਹੀ ਮੈਨੂੰ ਪਤਾ ਲੱਗਾ ਵੀ ਆਹ ਚੀਜ਼ ਪੱਕੀ ਆ, ਆਹ ਚੀਜ਼ ਕੱਚੀ ਆ। ਕੱਚੀ ਚੀਜ਼ ਕੱਚੀ ਆ ਤਾਂ ਕਰਕੇ ਉਹ ਛੱਡੀ ਜਾਂਦੀ ਆ। ਜਦੋਂ ਪਤਾ ਨਾ ਹੋਵੇ ਕੱਚੀ ਚੀਜ਼ ਕੱਚੀ ਆ, ਫਿਰ ਨਹੀਂ ਬੰਦਾ ਛੱਡਦਾ। ਕੌਡੀਆਂ ਦਾ ਮੁੱਲ ਉਤਨਾ ਸਮਾਂ ਪੈਂਦਾ ਜਿਤਨਾ ਸਮਾਂ ਉਹਦੀ ਸਮਝ ਨਹੀਂ ਆਉਂਦੀ। ਜਦੋਂ ਸਮਝ ਆਉਂਦੀ ਆ, ਮੈਂ ਕੌਡੀਆਂ ਫੜੀਆਂ ਸੀ, ਇਹਨਾਂ ਨੂੰ ਹੀਰੇ ਸਮਝਦਾ ਰਿਹਾ। ਸਮਝ ਇਹੋ ਜਿਹੀ ਚੀਜ਼ ਆ ਜਿਹੜੀ ਉਹ ਚੀਜ਼ ਨੂੰ ਬਦਲ ਸਕਦੀ ਆ, ਛਡਾ ਸਕਦੀ ਆ। ਹੀਰਾ ਹੱਥ ਆਇਆ, ਕੌਡੀਆਂ ਆਪੇ ਹੀ ਪਾਸੇ ਹੋ ਜਾਂਦੀਆਂ, ਛੱਡਣੀਆਂ ਨਹੀਂ ਪੈਂਦੀਆਂ, ਆਪੇ ਹੀ ਛੁੱਟ ਜਾਂਦੀਆਂ ਨੇ। ਨਾਮ ਦਾ ਹੀਰਾ ਸਮਝ ਆਉਂਦਿਆਂ ਦੂਜੀਆਂ ਚੀਜ਼ਾਂ ਛੱਡਣੀਆਂ ਨਹੀਂ ਪੈਂਦੀਆਂ, ਆਪੇ ਹੀ ਛੱਡੀਆਂ ਜਾਂਦੀਆਂ ਨੇ। ਗੁਰੂ ਨਾਨਕ ਸਾਹਿਬ ਜੀ ਦੁਨੀਆ ਨੂੰ ਤਾਰਦੇ ਹੋਏ, ਨੌਖੰਡ ਪ੍ਰਥਮੀ ਦਾ ਭਰਮਣ ਹੈ ਆਪ ਜੀ ਦਾ। ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਥਮੀ ਸੱਚਾ ਢੋਆ। ਬਾਬੇ ਤਾਰੇ ਚਾਰ ਚੱਕ, ਨੌਖੰਡ ਪ੍ਰਥਮੀ ਸੱਚਾ ਢੋਆ। ਆਪ ਨਰਾਇਣ ਕਲਾ ਧਾਰ, ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ, ਜਗ ਮੰਡਲ ਕਰਿਓ। ਇਸ ਕਰਕੇ ਗੁਰੂ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ, ਹਮੇਸ਼ਾ ਹੀ ਸਾਡੀ ਜ਼ਿੰਦਗੀ ਸੋਹਣੀ ਬਣੇ। ਦੁਨੀਆ ਨੂੰ ਤਾਰਦੇ ਹੋਏ ਇੱਕ ਦਿਨ ਇੱਕ ਪਿੰਡ ਦੇ ਵਿੱਚ ਗਏ। ਉੱਥੋਂ ਦੇ ਪਿੰਡ ਦੇ ਲੋਕਾਂ ਨੇ ਬੜਾ ਸਤਿਕਾਰ ਕੀਤਾ ਉਹਨਾਂ ਦਾ, ਬੜੀ ਆਓ ਭਗਤ ਕੀਤੀ। ਫਕੀਰ ਜੀ ਕਹਿ ਕੇ ਸੰਬੋਧਨ ਕੀਤਾ। ਆਖਿਆ ਸੀ ਕਿ ਤੁਹਾਡੇ ਵਰਗੇ ਫਕੀਰ ਇੱਥੇ ਆਉਂਦੇ ਰਹਿਣ ਤੇ ਅਸੀਂ ਸੇਵਾ ਕਰਦੇ ਰਹੀਏ। ਗੁਰੂ ਨਾਨਕ ਸਾਹਿਬ ਜੀ ਜਦੋਂ ਪਿੰਡ ਛੱਡਣ ਲੱਗੇ ਨੇ, ਪਿੰਡ ਦੇ ਵੱਲ ਇਸ਼ਾਰਾ ਕਰਕੇ ਸੰਬੋਧਨ ਕਰਕੇ ਆਖਿਆ ਕਿ ਇੱਥੋਂ ਉੱਜੜ ਜਾਵੋ। ਇਹ ਅਸੀਸ ਦਿੱਤੀ ਸੀ ਅਸੀਸ ਭਾਈ ਮਰਦਾਨਾ ਜੀ ਨੂੰ ਲੱਗਾ ਇਹ ਕੀ ਕਹਿ ਦਿੱਤਾ ਬਾਬੇ ਨੇ, ਤੇ ਪਰ ਚੁੱਪ ਰਹੇ। ਅੱਗੇ ਗਏ, ਅੱਗੇ ਪਿੰਡ ਦੇ ਲੋਕਾਂ ਨੇ ਬਹੁਤ ਮਾੜਾ ਆਖਿਆ। ਆਪ ਹੀ ਕਹਿੰਦੇ ਆਪਦੀ ਬਾਣੀ 'ਚ, ਕੋਈ ਆਖੈ ਭੂਤ ਨਾ, ਕੋਈ ਮੈਨੂੰ ਭੂਤ ਕਹਿੰਦਾ ਹੈ। ਕੋ ਆਖੈ ਬੇਤਾਲਾ, ਕੋਈ ਬੇਤਾਲਾ ਜਿਹਾ ਕਹਿੰਦਾ। ਕੋਈ ਆਖੈ ਆਦਮੀ, ਨਾਨਕ ਬੇਚਾਰਾ। ਭਇਆ ਦੀਵਾਨਾ ਸਾਹ ਕਾ ਨਾਨਕ ਬੋਰਾਨਾ। ਕੋਈ ਕੁਰਾਈਆ ਕਹਿੰਦਾ ਮਰਦਾਨੇ ਨੂੰ, ਭਾਈ ਸਾਹਿਬ ਜੀ ਨੂੰ। ਕੋਈ ਕਰਾਈਏ ਦਾ ਡੂਮ ਕਹਿੰਦਾ। ਪਿੰਡ ਦੇ ਲੋਕਾਂ ਰੋੜੇ ਮਾਰੇ ਕਿ ਤੁਸੀਂ ਚੱਲ ਕੇ ਕਿਉਂ ਆਏ ਸਾਡੇ ਪਿੰਡ, ਮੰਦਾ ਆਖਿਆ। ਗੁਰੂ ਨਾਨਕ ਜੀ ਜਦੋਂ ਇਹ ਪਿੰਡ ਚੋਂ ਬਾਹਰ ਆਉਂਦੇ ਨੇ, ਆਖਦੇ ਨੇ ਵਸਦੇ ਰਹੋ, ਇੱਥੇ ਹੀ ਵਸਦੇ ਰਹੋ। ਗੁਰੂ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਗੁਰੂ ਨਾਨਕ ਦੀਆਂ ਗੁੱਝੀਆਂ ਰਮਜਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਆਖਿਆ ਸੀ ਗੁਰੂ ਜੀ ਸਮਝ ਨਹੀਂ ਆਈ, ਜਿਨ੍ਹਾਂ ਨੇ ਪ੍ਰਸ਼ਾਦਾ ਛਕਾਇਆ, ਬਿਠਾਇਆ, ਪਿਆਰ ਨਾਲ ਬੁਲਾਇਆ, ਮਿੱਠਾ ਬੋਲੇ, ਕਹਿ ਆਏ ਹੋ ਉੱਜੜ ਜਾਵੋ। ਜਿਨ੍ਹਾਂ ਨੇ ਰੋੜੇ ਮਾਰੇ, ਭੂਤਨਾ ਬੇਤਾਲਾ ਕਿਹਾ, ਕੁਰਾਈਆ ਕਿਹਾ, ਉਹਨਾਂ ਨੂੰ ਕਹਿ ਆਏ ਹੋ ਵਸਦੇ ਰਹੋ। ਮੈਨੂੰ ਸਮਝ ਨਹੀਂ ਆਈ, ਦੱਸੋ ਜੀ ਕੀ ਆ। ਸਤਿਗੁਰ ਕਹਿੰਦੇ ਦੇਖ ਮਰਦਾਨਿਆਂ, ਕਾਰਨ ਸਪਸ਼ਟ ਆ। ਉਹ ਲੋਕ ਜਿਹੜੇ ਚੰਗੇ ਨੇ, ਮੈਂ ਆਖਿਆ ਉੱਜੜ ਜਾਵੋ।
ਇੱਥੋਂ ਜਾ ਕੇ ਹੋਰ ਜਗ੍ਹਾ ਤੇ ਵਸੋ, ਉਹਨਾਂ ਨੂੰ ਵੀ ਆਪਦਾ ਰੰਗ ਚੜਾਓ, ਉਹਨਾਂ ਨੂੰ ਵੀ ਆਪਦੇ ਅਰਗੇ ਬਣਾਓ, ਅੱਗੇ ਵੰਡੋ। ਇਹ ਚੀਜ਼ ਵੰਡਣ ਵਾਲੀ ਆ। ਇਹ ਸਿੱਖਿਆ, ਨੈਤਿਕਤਾ, ਇਹ ਗੁਣ ਆਪਦੇ ਕੋਲ ਰੱਖਣ ਵਾਲੇ ਨਹੀਂ, ਖੁਸ਼ਬੂ ਵੰਡੋ ਅੱਗੇ। ਜਿੰਨਾ ਮਾੜੇ ਲੋਕ ਸੀ ਵੱਟੇ ਮਾਰੇ, ਆਖਿਆ ਵਸਦੇ ਰਹੋ, ਹੋਰ ਨਾ ਕਿਤੇ ਜਾ ਵੜਿਓ, ਹੋਰਾਂ ਨੂੰ ਵੀ ਆਪਦੇ ਅਰਗੇ ਕਰ ਦੋਗੇ। ਕਿਉਂਕਿ ਮਾੜੀ ਆਦਤ ਅਸੀਂ ਬੜੀ ਛੇਤੀ ਉਹਨੂੰ ਕਬੂਲਦੇ ਹਾਂ। ਚੰਗੀਆਂ ਆਦਤਾਂ ਦਾ ਪ੍ਰਭਾਵ, ਚੰਗੀ ਕਿਤਾਬ ਦਾ ਪ੍ਰਭਾਵ, ਚੰਗੀ ਸੰਗਤ ਦਾ ਪ੍ਰਭਾਵ ਹੌਲੀ ਹੌਲੀ ਪੈਂਦਾ। ਬੁਰੇ ਬੰਦੇ ਦਾ ਪ੍ਰਭਾਵ, ਬੁਰੀ ਸੰਗਤ ਦਾ ਪ੍ਰਭਾਵ, ਬੁਰੀਆਂ ਸਾਹਿਤ ਦਾ ਪ੍ਰਭਾਵ ਤੇ ਮਾੜੀਆਂ ਚੀਜ਼ਾਂ ਦਾ ਪ੍ਰਭਾਵ ਬੜੀ ਛੇਤੀ ਪੈਂਦਾ ਹੈ। ਮੈਂ ਆਖਿਆ ਇਹਨਾਂ ਨੂੰ ਵਸਦੇ ਰਹੋ, ਵਸਦੇ ਰਹੋ। ਤੁਹਾਡੀ ਜਿਹੜੀ ਇਹ ਚੀਜ਼ ਆ ਬਾਹਰ ਨਾ ਨਿਕਲੇ, ਇਹ ਜਿਹੜੀ ਤੁਹਾਡੀ ਬਦਬੂ ਆ ਬਾਹਰ ਨਾ ਜਾਵੇ, ਇੱਥੇ ਹੀ ਬਣੀ ਰਹੇ। ਉਹ ਮਹਿਕ ਆ, ਉਹਨਾਂ ਨੂੰ ਆਖਿਆ ਉੱਜੜ ਕੇ ਹੋਰ ਜਗ੍ਹਾ ਵਸੋ, ਮਹਿਕ ਵੰਡੋ। ਇਹ ਕਾਰਨ ਗੁਰੂ ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਭਾਈ ਮਰਦਾਨਾ ਜੀ ਨੇ ਹੱਥ ਜੋੜੇ, ਵਾਕਈ ਬਾਬਾ ਤੁਸੀਂ ਕਮਾਲ ਹੋ, ਬਾ ਕਮਾਲ ਹੋ। ਤੁਹਾਡੇ ਅਲਫਾਜ਼, ਤੁਹਾਡੀ ਸੋਚਣੀ, ਤੁਹਾਡੀ ਕਹਿਣੀ, ਤੁਹਾਡੀ ਕਰਨੀ ਤੇ ਇਹਨੂੰ ਸਿਰ ਝੁਕ ਜਾਂਦਾ ਹੈ। ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ। ਐਸੇ ਗੁਰਮੁਖਾਂ ਦੀ ਸੰਗਤ ਕਰਕੇ ਹੀ ਕੱਚੇ ਰੰਗ ਤੇ ਪੱਕੇ ਰੰਗ ਦੀ ਸੋਝੀ ਆਉਂਦੀ ਹੈ। ਦੇਖੋ ਦੋ ਚੀਜ਼ਾਂ ਹਨ। ਬਚਪਨ ਮਿਲਿਆ ਸੀ, ਕੱਚਾ ਰੰਗ ਹੀ ਸੀ। ਜੇ ਪੱਕਾ ਹੁੰਦਾ ਤਾਂ ਸਦਾ ਰਹਿੰਦਾ। ਜਾ ਚੁੱਕਾ ਹੈ, ਵਿਛੜ ਚੁੱਕਾ ਹੈ। ਜਵਾਨੀ ਮਿਲੀ ਸੀ ਸਾਡੇ ਵਿੱਚੋਂ ਬਹੁਤਿਆਂ ਨੂੰ, ਉਹ ਵਿਛੜ ਚੁੱਕੀ ਆ, ਬਜ਼ੁਰਗ ਹੋ ਗਏ ਆ। ਪੱਕਾ ਰੰਗ ਨਹੀਂ ਕਹਿ ਸਕਦੇ, ਕੱਚਾ ਹੀ ਸੀ। ਤੇ ਬਜ਼ੁਰਗੀ ਵੀ ਕੱਚਾ ਰੰਗ ਹੀ ਆ, ਇਹ ਵੀ ਉਤਰ ਜਾਵੇਗੀ, ਇਹਨੇ ਕਿਹੜਾ ਸਦਾ ਰਹਿਣਾ। ਇਸ ਕਰਕੇ ਨਾ ਪੈਸਾ ਵੀ ਕੱਚਾ ਰੰਗ ਹੀ ਆ, ਇਹ ਵੀ ਸਮਾਂ ਪਾ ਕੇ ਲੈ ਜਾਂਦਾ। ਜੇ ਪੱਕਾ ਹੋਵੇ, ਸਦਾ ਨਿਭਮਾ ਹੋਵੇ, ਸਦਾ ਸਾਥ ਹੋਵੇ। ਅਸਲ 'ਚ ਅਸੀਂ ਰੇਤਾ ਦੇ ਕਣ ਹਾਂ ਜਿਹੜੇ ਭੁਰ ਜਾਂਦੇ ਆ। ਮਿੱਟੀ ਨੂੰ ਤਾਂ ਫਿਰ ਵੀ ਸਮਾਂ ਲੱਗਦਾ ਖੁਰਚਣ ਨੂੰ, ਪਰ ਰੇਤਾ ਗੁਰੂ ਤੇਗ ਬਹਾਦਰ ਜੀ ਕਹਿੰਦੇ ਕਹਿ ਜਾਂਦੀ ਆ, ਜਗ ਰਚਨਾ ਸਭ ਝੂਠ ਹੈ, ਜਾਨ ਲਿਹੋਰੇ ਮੀਤ। ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਭੀਤ। ਇਹ ਦੁਨੀਆ, ਇਹ ਰੇਤ ਦੀ ਗੰਧ ਆ ਸਿੱਖਾ, ਇਹ ਤੂੰ ਸਮਝ ਲਵੀਂ। ਸਦਾ ਰਹਿਣ ਵਾਲੀ ਚੀਜ਼ ਨਹੀਂ, ਪੱਕਾ ਰੰਗ ਨਹੀਂ। ਇੱਥੇ ਕਿਸੇ ਦਾ ਵੀ ਸਦਾ ਵਾਸਤੇ ਪੱਕਾ ਟਿਕਾਣਾ ਬਣਾਇਆ ਹੀ ਨਹੀਂ ਰੱਬ ਨੇ। ਇਹੋ ਜਿਹੀ ਕੋਈ ਚੀਜ਼ ਉਹਨੇ ਬਣਾਈ ਨਹੀਂ। ਬ੍ਰਹਿਮੰਡ ਦੇ ਵਿੱਚ ਪਲ ਪਲ ਤਬਦੀਲੀ ਹੋ ਰਹੀ ਆ, ਛਿਨ ਛਿਨ ਤਬਦੀਲੀ ਹੋ ਰਹੀ ਆ। ਸੂਰਜ 'ਚ ਵੀ ਬਦਲਾਅ ਹੋ ਰਹੇ ਆ, ਚੰਦਰਮਾ 'ਚ ਵੀ ਬਦਲਾਅ ਹੋ ਰਹੇ ਆ। ਘਟੰਤ ਸੂਰਜ, ਘਟੰਤ ਦੀਪੰ, ਘਟੰਤ ਨਭ ਸਸਰ, ਨਖੇਤਰ ਖੰਡਨ ਹੈ। ਸਾਰੀਆਂ ਚੀਜ਼ਾਂ 'ਚ ਬਦਲਾਅ ਹੋ ਰਹੇ ਆ। ਛਿਨ ਛਿਨ ਸੂਰਜ ਦੀ ਰੋਸ਼ਨੀ ਜੀਤੇ ਪੈ ਰਹੀ ਆ, ਜਾਂ ਤਾਂ ਪੱਕ ਰਿਹਾ ਜਾਂ ਮੁਰਝਾ ਰਿਹਾ, ਜਾਂ ਖਿੜ ਰਿਹਾ ਜਾਂ ਕੁਮਲਾ ਰਿਹਾ, ਵੱਡਾ ਹੋ ਰਿਹਾ ਲੱਗਦਾ, ਛੋਟਾ ਹੋ ਰਿਹਾ। ਇਵੇਂ ਚੀਜ਼ਾਂ ਬਦਲਦੀਆਂ ਨੇ। ਸੋ ਦੋ ਗੱਲਾਂ ਮਹਾਰਾਜ ਨੇ ਆਖੀਆਂ, ਕੁਸੁੰਭ ਦਾ ਰੰਗ, ਮਜੀਠ ਦਾ ਰੰਗ। ਇਹ ਸ਼ਬਦ ਤੁਹਾਨੂੰ ਵਾਰ-ਵਾਰ ਸੁਣਨ ਨੂੰ ਮਿਲਣਗੇ ਬਾਣੀ 'ਚ। ਕੁਸੁੰਭੇ ਦਾ ਇੱਕ ਫੁੱਲ ਹੁੰਦਾ, ਉਹਦਾ ਰੰਗ ਕੱਚਾ ਹੁੰਦਾ। ਮਜੀਠ ਇੱਕ ਵੇਲ ਹੁੰਦੀ ਆ, ਉਹਦੇ ਵਿੱਚੋਂ ਰੰਗ ਜਿਹੜਾ ਨਿਕਲਦਾ, ਪੱਕਾ ਰੰਗ ਨਿਕਲਦਾ। ਉਹਨੂੰ ਤੋੜਿਆ ਉਹ ਲੈਂਦਾ ਨਹੀਂ। ਫਿਰ ਐਵੇਂ ਲਲਾਰੀਆਂ ਕੋਲ ਕੱਚੇ ਰੰਗ ਹੁੰਦੇ ਆ, ਪੱਕੇ ਰੰਗ ਹੁੰਦੇ ਆ। ਇਵੇਂ ਵੇਲ ਹੁੰਦੀ ਆ ਇੱਕ, ਉਹਦੇ ਵਿੱਚੋਂ ਜਦੋਂ ਤੋੜਦੇ ਆ ਲਾਲ ਰੰਗ ਦਾ, ਤੇ ਉਹਦੇ ਵਿੱਚੋਂ ਪਦਾਰਥ ਨਿਕਲਦਾ, ਰੰਗ ਨਿਕਲਦਾ, ਉਹ ਉਤਰਦਾ ਨਹੀਂ। ਫਿਰ ਉਹਨੂੰ ਮਜੀਠ ਦਾ ਰੰਗ ਕਹਿੰਦੇ ਨੇ। ਜਿਹੜਾ ਤਾਂ ਨਾਮ ਦਾ ਰੰਗ ਆ, ਉਹਨੂੰ ਗੁਰਬਾਣੀ ਨੇ ਆਖਿਆ ਹੈ ਮਜੀਠ ਦਾ ਰੰਗ। ਜਿਹੜੇ ਜਵਾਨੀ, ਬਚਪਨ, ਬੁਢੇਪਾ, ਪੈਸਾ, ਦੌਲਤ, ਸ਼ੌਹਰਤ, ਇਹ ਚੀਜ਼ਾਂ ਦੇ ਜਿਹੜੇ ਰੰਗ ਨੇ, ਇਹਨੂੰ ਕੁਸੁੰਭ ਦੇ ਰੰਗ ਆਖਿਆ।
ਕੱਚਾ ਰੰਗ ਕੁਸੁੰਭ ਕਾ, ਕੁਸੁੰਭੇ ਦੇ ਫੁੱਲ ਵਰਗਾ। ਥੋੜਣਿਆਂ ਦਿਨ ਚਾਰ ਜੀਓ, ਥੋੜਾ ਦਿਨ ਹੀ ਆ। ਕਈ ਬੰਦੇ ਦੇਖੋ ਕਦੇ ਰਾਜਨੀਤੀ ਵਿੱਚ ਤਾਰਿਆਂ ਦੇ ਵਾਂਗ ਚਮਕਦੇ ਸੀ ਤੇ ਅੱਜ ਉਹਨਾਂ ਦਾ ਨਾਮ ਨਹੀਂ ਹੈਗਾ। ਕਦੇ ਦੂਰੋਂ ਦਿਖਦੇ ਸੀ ਤਾਰਿਆਂ ਦੇ ਵਾਂਗ ਚਮਕਦੇ, ਕੋਈ ਵੀ ਚੀਜ਼ ਆ ਪਰ ਉਹਦੇ ਵਿੱਚ ਉਹਨਾਂ ਦਾ ਅੱਜ ਨਾਮ ਹੀ ਹੈ ਨਹੀਂ। ਉਹ ਗੱਲ ਨਹੀਂ ਰਹੀ। ਕੱਚਾ ਰੰਗ ਕੁਸੁੰਭ ਕਾ, ਥੋੜਣਿਆਂ ਦਿਨ ਚਾਰ ਜੀਓ। ਇਵੇਂ ਹੌਲੀ 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 ਕਰਕੇ ਇਹ ਵਾਲੇ ਰੰਗ ਜਿਹੜੇ ਨੇ ਉਤਰ ਜਾਂਦੇ ਨੇ। ਇੱਕ ਰੰਗ ਹੀ ਪੱਕਾ ਹੈ, ਉਹਨੂੰ ਹੀ ਪਰਮੇਸ਼ਰ ਦੇ ਨਾਮ ਦਾ ਰੰਗ ਕਿਹਾ ਹੈ। ਗੁਰੂ ਰਾਮਦਾਸ ਜੀ ਨੇ ਜੇ ਕੋਈ ਉਹਨੂੰ ਕਮਾ ਲਵੇ, ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ, ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਇਸ ਕਰਕੇ ਇਹ ਜਿਹੜੀ ਰੂਹ ਆ ਸਾਡੀ, ਇਹਨੂੰ ਰੰਗਣਾ ਹੁੰਦਾ। ਤੁਸੀਂ ਇਹ ਚੀਜ਼ ਨੂੰ ਇਵੇਂ ਵੀ ਸਮਝ ਸਕਦੇ ਹੋ, ਇੱਕ ਚੱਕਰ ਸਮਝੋ, ਗੋਲ ਚੱਕਰ ਆ ਇੱਕ। ਪਰਮਾਤਮਾ ਕੀ ਕਰਦਾ, ਇੱਕ ਜਵਾਕ ਨੂੰ ਇਸ ਦੁਨੀਆ ਤੇ ਭੇਜਦਾ ਹੈ ਇਨਸਾਨ ਦੇ ਰੂਪ 'ਚ। ਕਹਿੰਦਾ ਹੈ ਇਹ ਇੱਕ ਖੇਡ ਆ, ਆਪਣੇ ਜੀਵਨ ਨੂੰ ਰੰਗ ਕੇ ਲੈ ਕੇ ਆਈ, ਆਪਦੀ ਜੀਵਨ ਦੀ ਚਾਦਰ ਨੂੰ, ਆਤਮਾ ਨੂੰ। ਕਾਹਦੇ ਵਿੱਚ? ਪੱਕੇ ਰੰਗ 'ਚ। ਦੁਨੀਆ 'ਚ ਦੋ ਤਰ੍ਹਾਂ ਦੇ ਰੰਗ ਨੇ ਥੱਲੇ। ਇੱਕ ਖੇਡ ਸਮਝੋ ਇਹਨੂੰ, ਗੁਰੂ ਅਰਜਨ ਦੇਵ ਜੀ ਨੇ ਤਾਂ ਖੇਡ ਹੀ ਆਖਿਆ। ਆਵਣ ਜਾਣ ਇੱਕ ਖੇਲ ਬਣਾਇਆ, ਕਹਿ ਕੇ ਭੇਜਦਾ ਮੈਂ ਤੈਨੂੰ ਧਰਤੀ ਤੇ ਭੇਜ ਰਿਹਾ। ਉੱਥੇ ਕੱਚੇ ਰੰਗ ਵੀ ਆ ਤੇ ਉੱਥੇ ਇੱਕ ਪੱਕਾ ਰੰਗ ਵੀ ਆ। ਤੂੰ ਕੱਚਿਆਂ ਦੇ ਵਿੱਚੋਂ ਪੱਕੇ ਰੰਗ ਨੂੰ ਪਛਾਣਨਾ ਤੇ ਪੱਕਾ ਰੰਗ ਕਮਾ ਕੇ ਉਹਦੇ ਨਾਲ ਆਪਦੇ ਆਪ ਨੂੰ ਰੰਗ ਕੇ ਮੇਰੇ ਕੋਲ ਆਉਣਾ। ਫਿਰ ਤੇਰੀ ਖੇਡ ਆ ਜਿਹੜੀ ਓਵਰ ਹੋ ਜਾਏਗੀ, ਫਿਰ ਸਮਾਪਤ ਆ। ਨਹੀਂ, ਮੈਂ ਤੈਨੂੰ ਵਾਰ-ਵਾਰ ਭੇਜੀ ਜਾਣਾ। ਜਿਤਨਾ ਸਮਾਂ ਤੇ ਤੂੰ ਇਹ ਪੱਕਾ ਰੰਗ ਨਹੀਂ ਲੈ ਕੇ ਆਵੇਂਗਾ, ਵਾਰ-ਵਾਰ ਮੈਂ ਤੈਨੂੰ ਭੇਜੀ ਜਾਵਾਂਗਾ। ਇਸ ਕਰਕੇ ਉਹ ਕੀ ਹੁੰਦਾ, ਇੱਥੇ ਸਾਨੂੰ ਭੁਲੇਖਾ ਪੈ ਜਾਂਦਾ। ਕੱਚੇ ਰੰਗ ਨੂੰ ਅਸੀਂ ਪੱਕਾ ਮੰਨ ਲੈਂਦੇ ਹਾਂ, ਪੱਕੇ ਨੂੰ ਅਸੀਂ ਕੱਚਾ ਕਹਿ ਦਿੰਦੇ ਹਾਂ, ਜਿਹਦੇ ਕਰਕੇ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਆਵਣ ਜਾਣਾ ਅੰਗ ਮੁੰਦ ਇਆਣੀ ਮਨਮੁਖੀ। ਉਹ ਮੂਰਖ ਬੰਦਾ ਵਾਰ-ਵਾਰ ਇਹ ਚੱਕਰ ਚੋਂ ਨਿਕਲ ਨਹੀਂ ਪਾਉਂਦਾ। ਕਾਰਨ ਉਹਦਾ ਇਹੀ ਆ, ਇਹ ਨਹੀਂ ਕਿ ਪੱਕਾ ਰੰਗ ਇੱਥੇ ਨਹੀਂ, ਮਜੀਠ ਦਾ ਰੰਗ ਵੀ ਹੈ, ਕੁਸੁੰਬੇ ਦਾ ਰੰਗ ਵੀ ਹੈ, ਪਰ ਉਹਨੂੰ ਫਰਕ ਨਹੀਂ ਪਤਾ ਲੱਗਦਾ। ਫਰਕ ਦਾ ਪਤਾ ਕਰਨ ਲਈ ਉਹ ਬੰਦੇ ਕੋਲ ਜਾਣਾ ਜ਼ਰੂਰੀ ਆ ਜਿਹਨੂੰ ਇਹਨਾਂ ਚੀਜ਼ਾਂ ਦੀ ਸਮਝ ਆ, ਕੱਚੀ ਚੀਜ਼ ਦੀ, ਪੱਕੀ ਚੀਜ਼ ਦੀ। ਉਹਨੂੰ ਮਹਾਰਾਜ ਨੇ ਆਖਿਆ, ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਪੱਕੇ ਬੰਦੇ ਲੱਭ ਜਿਹੜੇ ਤੈਨੂੰ ਪੱਕੇ ਰੰਗ ਬਾਰੇ ਚਾਨਣ ਕਰਾਉਣ। ਉਹ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜੇ ਸਾਨੂੰ ਵਾਰੀ-ਵਾਰੀ ਦੱਸਦੇ ਰਹਿੰਦੇ ਨੇ ਪੱਕੇ ਹੋਏ ਰੰਗਾਂ ਦੇ ਬਾਰੇ। ਕਿਉਂਕਿ ਬਹੁਤ ਪਾਪੀ ਆ ਇੱਥੇ, ਇਤਨੇ ਨੇ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਪਾਪ ਕਈ ਤਰ੍ਹਾਂ ਦੇ ਹੁੰਦੇ ਆ ਤੇ ਸੱਚ ਜਿਹੜਾ ਹੁੰਦਾ ਉਹ ਇੱਕ ਪ੍ਰਕਾਰ ਦਾ ਹੀ ਆਪਾਂ ਕਹਿ ਸਕਦੇ ਹਾਂ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਝੂਠ ਕਈ ਤਰ੍ਹਾਂ ਦੇ ਹੋ ਸਕਦੇ ਆ, ਵਿਕਾਰ ਕਈ ਤਰ੍ਹਾਂ ਦੇ ਹੋ ਸਕਦੇ ਆ। ਸੱਚ ਕੇਵਲ ਪਰਮਾਤਮਾ ਹੈ, ਜਾਂ ਉਹਦੀ ਬਾਣੀ ਆ, ਜਾਂ ਉਹਦੇ ਭਗਤ ਨੇ, ਜਾਂ ਗੁਰੂ ਹੈ। ਸਾਰੀਆਂ ਚੀਜ਼ਾਂ ਇੱਕ ਹੀ ਨੇ, ਇੱਕੋ ਦੇ ਵਿੱਚ ਰਲ ਕੇ ਇੱਕ ਹੋ ਜਾਂਦੀਆਂ ਨੇ। ਇਸ ਕਰਕੇ ਇੱਥੇ ਬਹੁਤ ਲੋਕ ਨੇ ਜਿਹੜੇ ਆਪਦੇ ਜੀਵਨ ਨੂੰ ਰੰਗ ਨਹੀਂ ਪਾਉਂਦੇ, ਜਿਹੜੇ ਆਪਦੇ ਜੀਵਨ ਨੂੰ ਕਮਾ ਨਹੀਂ ਪਾਉਂਦੇ, ਜਿਹੜੇ ਇੱਥੋਂ ਜਾਂਦੇ ਨੇ ਧਨ ਜੋਵਨ ਅਰ ਫੁੱਲੜਾ, ਨਾਠੀ ਅੜੇ ਦਿਨ ਚਾਰ, ਪੱਬਣ ਕੇਰੇ ਪੱਤ ਜਿਉਂ, ਟਲ ਟੁਲ ਜੁਮਣ ਹਾਰ। ਅਸਲ 'ਚ ਇੱਕ ਵਿਦਵਾਨ ਨੇ ਇੱਕ ਗੱਲ ਲਿਖੀ, ਕਹਿੰਦੇ ਜਿਹੜੇ ਵਿਗਿਆਨੀ ਨੇ ਨਾ, ਉਹ ਪਦਾਰਥ ਨੂੰ ਤੋੜਦਿਆਂ ਤੇ ਪਦਾਰਥ ਅਣੂਆਂ ਨੂੰ ਵਿਗਿਆਨ ਤੱਕ ਪਹੁੰਚ ਜਾਂਦੇ ਆ। ਤੇ ਰੱਬ ਦਾ ਪਿਆਰਾ ਆਪਣੇ ਆਪ ਨੂੰ
ਦੂਜਿਆਂ ਨੂੰ ਗੁਰੂ ਨਾਲ ਜੋੜਦਿਆਂ ਰੂਹਾਨੀਅਤ ਤੱਕ ਪਹੁੰਚ ਜਾਂਦਾ। ਤੋੜਨ ਦੀ ਖੋਜ ਵਿਗਿਆਨੀ ਦੀ ਆ, ਅਣੂਆਂ ਨੂੰ ਤੋੜ ਕੇ ਦੇਖਣਾ, ਪਦਾਰਥਾਂ ਦੀ ਖੋਜ ਕਰਨੀ, ਤੇ ਜੋੜਨ ਦੀ ਜਿਹੜੀ ਖੋਜ ਆ ਉਹ ਰੱਬ ਦੇ ਪਿਆਰਿਆਂ ਦੀ ਆ। ਸੋ ਸਾਨੂੰ ਤੋੜਨਾ ਨਹੀਂ ਚਾਹੀਦਾ ਕਿਸੇ ਦਾ ਦਿਲ। ਜੇ ਤੁਸੀਂ ਚਾਹੁੰਦੇ ਹੋ ਕਿਸੇ ਰੱਬ ਦੇ ਨੇੜੇ ਹੋ ਜਾਈਏ ਤਾਂ ਸਦਾ ਹੀ ਉਹ ਬੋਲ ਬੋਲੋ ਕਿ ਕਿਸੇ ਨੂੰ ਜੋੜ ਦੇਣ ਤੋੜ ਨਾ ਦੇਣ। ਜੇ ਤੋ ਪੀਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਜੇ ਤੁਹਾਨੂੰ ਰੱਬ ਨੂੰ ਮਿਲਣ ਦੀ ਤਾਂਘ ਆ, ਭੁੱਲ ਕੇ ਵੀ ਕਦੇ ਕਿਸੇ ਦਾ ਦਿਲ ਨਾ ਤੋੜ ਦਿਓ। ਇਹ ਸ਼ੇਖ ਫਰੀਦ ਜੀ ਨੇ ਆਖਿਆ ਹੈ। ਤੋੜਨਾ ਜੋੜਨਾ, ਜੋੜਨਾ ਤੋੜਨਾ, ਜੋੜਦਿਆਂ ਗੁਰੂ ਨਾਲ ਜੁੜ ਜਾਓਗੇ, ਕਿਸੇ ਨੂੰ ਤੋੜਦਿਆਂ ਗੁਰੂ ਨਾਲੋਂ ਟੁੱਟ ਜਾਓਗੇ। ਮਹਾਤਮਾ ਬੁੱਧ ਜੀ ਇੱਕ ਨਗਰ ਦੇ ਵਿੱਚ ਗਏ। ਇੱਕ ਸਾਖੀ ਹੈ, ਉਹਨਾਂ ਦੀ ਕਹਾਣੀ ਬੜੀ ਸੁੰਦਰ ਹੈ। ਪਿੰਡ ਦੇ ਲੋਕ ਕਹਿੰਦੇ ਜੀ, ਬੁੱਧ ਜੀ ਸੱਜੇ ਜਾਵੋ ਖੱਬੇ ਜਾਵੋ ਕੋਈ ਮਨਾ ਨਹੀਂ। ਉਹ ਸਾਹਮਣੇ ਜਿਹੜਾ ਜੰਗਲ ਦਿਖਦਾ ਉਧਰ ਨਹੀਂ ਜਾਣਾ ਬੁੱਧਾ ਜੀ। ਪੁੱਛਿਆ ਸੀ ਕਿਉਂ? ਉੱਥੇ ਉਂਗਲੀ ਮਾਲ ਨਾਮ ਦਾ ਬੰਦਾ ਰਹਿੰਦਾ, ਰਾਖਸ਼ ਆਹੋ। ਭੈ ਬੰਦਾ ਬਣ ਰਾਖਸ਼ ਗਿਆ। ਲੋਕਾਂ ਨੂੰ ਕੀ ਕਰਦਾ, ਮਾਰ ਕੇ ਨਾ ਉਹਨਾਂ ਦੀ ਉਂਗਲੀ ਵੱਢ ਲੈਂਦਾ, ਉਂਗਲੀ ਕੱਟ ਕੇ ਆਪਦੇ ਗਲ 'ਚ ਪਰੋ ਲੈਂਦਾ। ਮਾਲਾ ਬਣਾਈ ਹੋਈ ਆ, ਲੋਕਾਂ ਦੀਆਂ ਉਂਗਲੀਆਂ ਗਲ 'ਚ ਪਾ ਕੇ ਪ੍ਰਤਿੱਗਿਆ ਕੀਤੀ ਆ, ਇੰਨੇ ਬੰਦਿਆਂ ਨੂੰ ਮੈਂ ਮਾਰਨਾ, 1000 ਬੰਦੇ ਦਾ ਮੈਂ ਕਤਲ ਕਰਨਾ। ਇਤਿਹਾਸ ਦੱਸਦਾ ਹੈ ਉਹਨਾਂ ਦਾ, ਬੁੱਧ ਜੀ ਦਾ, ਕਿ 999 ਉਹਨੇ ਮਾਰ ਤੇ ਇੱਕ ਰਹਿ ਗਿਆ ਸੀ। ਉਡੀਕਦਾ ਸੀ ਕੋਈ ਆਵੇ ਤੇ ਮਾਰਾਂ, ਤੇ ਲੋਕ ਬੜਾ ਡਰਦੇ ਸੀ ਉਹ ਤੋਂ। ਕਾਰਨ ਉਹਦਾ ਇਹ ਸੀ ਕਿ ਆਸ਼ਰਮ ਦੇ ਵਿੱਚ ਰਹਿੰਦਾ ਹੁੰਦਾ ਸੀ ਪਹਿਲਾਂ ਕਿਸੇ ਮਹਾਤਮਾ ਕੋਲੇ, ਤੇ ਕਿਸੇ ਨੇ ਝੂਠਾ ਇਲਜ਼ਾਮ ਲਾ ਕੇ, ਤੋਹਮਤ ਲਾ ਕੇ ਉਹਨੂੰ ਕਢਵਾ ਦਿੱਤਾ ਵਿੱਚੋਂ ਹੀ, ਤੇ ਅੱਕ ਗਿਆ ਤੇ ਉਂਗਲੀ ਮਾਲ ਬਣ ਗਿਆ। ਫਿਰ ਉਹ ਮਹਾਤਮਾ ਬੁੱਧ ਜੀ ਕਹਿੰਦੇ ਕੋਈ ਨਹੀਂ, ਮੈਂ ਜਾਵਾਂਗਾ, ਕੋਈ ਗੱਲ ਨਹੀਂ, ਮਿਲਾਂਗਾ ਉਸ ਨੂੰ। ਤੇ ਫਕੀਰੀ ਵਾਲਾ ਬਾਣਾ ਜਿਹੜਾ ਪਾਉਂਦੇ ਸੀ, ਸਿਧਾਰਥ ਤੋਂ ਬੁੱਧ ਬਣੇ ਸੀ, ਚਲੇ ਗਏ ਉਹਦੇ ਪਾਸੇ। ਧੁੱਪ ਸੇਕ ਰਿਹਾ ਸੀ, ਸਰਦੀਆਂ ਦਾ ਮੌਸਮ ਸੀ, ਇਹ ਬੈਠਾ ਸੀ ਕੋਲੇ, ਇਹਦੇ ਉਹ ਦਾਅ ਸੀ ਜਿਹਦੇ ਨਾਲ ਬੰਦਿਆਂ ਨੂੰ ਮਾਰਦਾ ਸੀ। ਦੇਖਿਆ ਕੋਈ ਆ ਰਿਹਾ, ਖੁਸ਼ ਹੋਇਆ, ਅੱਜ ਪੂਰੇ ਹੋ ਜਾਣੇ ਆ ਬੰਦੇ। 999 ਤਾਂ ਮਾਰਤੇ, ਇੱਕ ਰਹਿ ਗਿਆ, ਅੱਜ ਮੇਰੀ ਪ੍ਰਤਿੱਗਿਆ ਪੂਰੀ ਹੋਣੀ ਆ। ਇਹ ਉਹ ਬੰਦੇ ਮਾਰਨੇ ਆ ਜਿਹੜੇ ਮਨੁੱਖਤਾ ਦਾ ਘਾਣ ਕਰਦੇ ਆ, ਇਹਨਾਂ ਝੂਠਾ ਇਲਜ਼ਾਮ ਲਾ ਕੇ ਮੈਨੂੰ ਆਸ਼ਰਮ 'ਚੋਂ ਕਢਵਾਇਆ। ਇਹ ਇਹਦੇ ਜੀਵਨ ਦੀ ਕਹਾਣੀ ਸੀ। ਬੁੱਧ ਜੀ ਕੋਲੇ ਚਲੇ ਗਏ। ਜਿਹੜੇ ਮਹਾਤਮਾ ਹੁੰਦੇ ਨੇ ਨਾ, ਇਹਨਾਂ ਦੇ ਆਸੇ ਪਾਸੇ ਇੱਕ ਆਵਾ ਮੰਡਲ ਹੁੰਦਾ। ਜਿਹੜੇ ਚੰਗੇ ਪੁਰਸ਼ ਹੁੰਦੇ ਨੇ, ਕੋਈ ਵੀ ਚੰਗਾ ਇਨਸਾਨ ਆ ਬੰਦਗੀ ਵਾਲਾ, ਉਹਦੇ ਇੱਕ ਵਾਈਬ੍ਰੇਸ਼ਨ ਹੁੰਦੀ ਆ, ਉਹ ਬੰਦੇ ਨੂੰ ਬਹੁਤ ਜ਼ਿਆਦਾ ਅੰਦਰੋਂ ਤੱਕ ਘਰ ਜਾਂਦੀ ਹੈ, ਹਿਲਾ ਦਿੰਦੀ ਆ। ਇਹਨੇ ਦੇਖਿਆ ਇਹ ਕੋਈ ਸਧਾਰਨ ਬੰਦਾ ਨਹੀਂ ਲੱਗਦਾ, ਕਿਉਂਕਿ ਪ੍ਰਭਾਵ ਪੈ ਗਿਆ। ਕਹਿਣ ਲੱਗਾ ਪਿੱਛੇ ਮੁੜ ਜਾਓ, ਤੁਸੀਂ ਫਕੀਰ ਲੱਗਦੇ ਹੋ, ਕੋਈ ਬਾਣੇ ਤੋਂ ਕੱਪੜਿਆਂ ਤੋਂ ਮੈਂ ਖਾਮ ਖਾ ਮਾਰੇ ਜਾਓਗੇ, ਪਿੱਛੇ ਮੁੜ ਜਾਓ, ਮੈਂ ਕਿਸੇ ਨੂੰ ਹੋਰ ਕਤਲ ਕਰ ਦੂੰਗਾ, ਤੇ ਜੇ ਤੁਸੀਂ ਅੱਗੇ ਆਓ ਤਾਂ ਮੈਂ ਹੁਣੇ ਕਤਲ ਕਰ ਦੂੰ, ਨਹੀਂ ਪਿੱਛੇ ਮੁੜ ਜਾਓ। ਬੁੱਧ ਜੀ ਅੱਗੇ ਵੱਧ ਰਿਹਾ, ਡਰਦੇ ਨਹੀਂ, ਕਿਉਂਕਿ ਸੂਰਬੀਰ ਮਰਨ ਤੋਂ ਪਹਿਲਾਂ ਮਰ ਚੁੱਕੇ ਹੁੰਦੇ ਆ। ਉਹਨਾਂ ਦੀਆਂ ਤਿਆਰੀਆਂ 'ਚ ਸਾਰੀਆਂ ਤਿਆਰੀਆਂ ਸ਼ਾਮਲ ਹੁੰਦੀਆਂ ਨੇ। ਮਰਨ ਦੀ ਤਿਆਰੀ ਤਾਂ ਪਹਿਲਾਂ ਹੁੰਦੀ ਆ। ਅੱਗੇ ਵਧੇ, ਡਰ ਨਹੀਂ ਰਹੇ। ਡਰਦੇ ਕਿੱਥੇ ਹੁੰਦੇ ਨੇ ਮਹਾਤਮਾ। ਇਹ ਕਹਿੰਦਾ ਮੈਂ ਤੁਹਾਨੂੰ ਮਾਰ ਦੂੰਗਾ। ਬੁੱਧ ਜੀ ਕਹਿੰਦੇ ਠੀਕ ਆ, ਤੂੰ ਮੈਨੂੰ ਮਾਰ ਹੀ ਨਹੀਂ, ਪਰ ਮਰਨ ਵਾਲੇ ਦੀ ਆਖਰੀ ਇੱਛਾ ਤੈਨੂੰ ਪੂਰੀ ਕਰਨੀ ਚਾਹੀਦੀ ਆ। ਕਰੇਗਾ ਕਿ ਨਹੀਂ ਕਰੇਗਾ? ਆਖਿਆ ਸੀ ਕਰੂੰਗਾ। ਕਹਿੰਦੇ ਇਉਂ ਕਰ, ਉਹ ਸਾਹਮਣੇ ਜਿਹੜਾ ਦਰਖਤ ਆ ਨਾ, ਉਹਦੀ ਟਾਹਣੀ ਦਾ ਇੱਕ ਪੱਤਾ ਤੋੜ ਕੇ ਲਿਆ ਦੇ। ਗਿਆ, ਕਹਿੰਦਾ ਬਸ ਇਤਨਾ ਕੁ ਕੰਮ, ਤੋੜਿਆ, ਲਿਆ ਕੇ ਤਲੀ ਤੇ ਰੱਖਦਾ। ਕਹਿੰਦੇ ਲਓ, ਕਹਿੰਦੇ ਬਸ ਆਹੀ ਇੱਛਾ ਸੀ। ਕਹਿੰਦੇ ਨਹੀਂ, ਹਜੇ ਕੰਮ ਅੱਧਾ ਹੀ ਹੋਇਆ, ਪੂਰਾ ਕਰ, ਹਜੇ ਅੱਧੀ ਖਾਹਿਸ਼ ਆ ਮੇਰੀ, ਪੂਰੀ ਨਹੀਂ ਹੋਈ। ਇਉਂ ਕਰ, ਇਹ ਤੋੜੇ ਹੋਏ ਪੱਤੇ ਨੂੰ ਟਾਹਣੀ ਦੇ ਨਾਲ ਜੋੜ ਕੇ ਆ।
आख्या सी महात्मा जी कि किहड़ियां गल्लां करदे हो, टुट्टी हुई चीज़ मैं जोड़ नहीं सकता, टुट्टी हुई चीज़ नूं मैं जोड़ नहीं सकता, पत्ते नूं तोड़ तां लिया जोड़ नहीं सकदा। आख्या सी जिहड़ी चीज़ तू तोड़ के जोड़ नहीं सकदा, तैनूं कोई हक नहीं कि तू उहनूं तोड़े। जिहड़ी चीज़ नूं तू तोड़ के जोड़ नहीं सकदा, मुड़ के बना नहीं सकदा, उहनूं ढा भी ना। ਉਹ ਇਨਸਾਨ ਜਿਹਨੂੰ ਤੂੰ ਕੱਟ ਦਿੰਨਾ, ਮਾਰ ਦਿੰਨਾ, ਮੁੜ ਕੇ ਪੈਦਾ ਹੀ ਨਹੀਂ ਕਰ ਸਕਦਾ, ਬਣਾ ਹੀ ਨਹੀਂ ਸਕਦਾ, ਉਹਦੇ ਵਰਗਾ ਇਨਸਾਨ ਤੇ ਮਾਰਦਾ ਕਿਉਂ? ਤੋੜਨਾ ਜੋੜਨਾ ਸਿੱਖ। ਤੋੜਨਾ ਸੌਖਾ, ਜੋੜਨਾ ਬੜਾ ਔਖਾ ਹੈ। ਤੋੜਨ ਦਾ ਸਕਿੰਟ ਲੱਗਾ, ਪੱਤੇ ਨੂੰ ਨਿਮਖ ਲੱਗਾ, ਇੱਕ ਪਲ ਲੱਗਾ, ਪਰ ਜੋੜਨ ਲਈ ਬੜਾ ਸਮਾਂ ਲੱਗੇਗਾ। ਇਸ ਕਰਕੇ ਸਮਝ ਗਿਆ, बुद्ध जी तो माफ़ी मंगी। कहा जाता ये उंगली माल जिहड़ा दुष्ट बंदा सी, नानक कच्चड़ियां स्यों तोड़, ढूंढ सज्जन संत पक्कियां, मिल संगत हर रंग पाया। संगत ने कीती बुद्ध जी दी, रंग चढ़ गया, श्रद्धालु बनया, भिक्षु बन गया उन्हां दा। उंगली माल जी तो लोग डरदे सी ना, खौफ खांदे सी, ਉਹ ਅੱਜ ਉਹਨਾਂ ਵਾਲਾ ਲਿਬਾਸ ਪਾ ਕੇ, ਗੇਰੂ ਰੰਗ ਦੇ ਕੱਪੜੇ ਪਾ ਕੇ ਸਾਧੂ ਮਹਾਤਮਾ ਬਣਿਆ ਤੇ ਇਹਨੇ ਬਾਅਦ ਧਿਆਨ ਸਾਧਨਾ ਕੀਤੀ। ਇਸ ਕਰਕੇ ਉਹ ਉਚਾਈਆਂ ਤੱਕ ਪਹੁੰਚ ਗਿਆ, ਸੰਗਤ ਕਰਕੇ ਇੱਕ ਰੱਬ ਦੇ ਪਿਆਰੇ ਦੀ। ਕੱਚਾ ਰੰਗ ਤੇ ਪੱਕਾ ਰੰਗ ਤੁਸੀਂ ਕਿਹੜਾ ਚੁਣੋਗੇ, ਇਹ ਤੁਹਾਡੇ ਤੇ ਆ। ਕੱਚੇ ਰੰਗ ਤਾਂ ਬਹੁਤ ਨੇ ਬਾਹਰ, ਬੜਾ ਕੁਝ ਆ, ਸ਼ਰਾਬ, ਜੂਆ ਵਗੈਰਾ, ਹੋਰ ਨਸ਼ੇ ਹਨ ਜਾਂ ਕਲੇਸ਼ ਆ ਘਰਾਂ ਦੇ ਵਿੱਚ, ਇਹ ਕੱਚੇ ਰੰਗ ਹੀ ਆ ਸਾਰੇ। ਕ੍ਰੋਧ ਵੀ ਕੱਚਾ ਰੰਗ ਹੀ ਆ, ਥੋੜ੍ਹੇ ਸਮੇਂ ਲਈ ਆਉਂਦਾ, ਉੱਤਰ ਜਾਂਦਾ, ਫੇਰ ਆਉਂਦਾ, ਉੱਤਰ ਜਾਂਦਾ। ਲਾਲਚ ਵੀ ਆਉਂਦਾ, ਉੱਤਰ ਜਾਂਦਾ, ਫੇਰ ਆਉਂਦਾ, ਉੱਤਰ ਜਾਂਦਾ। ਵਾਸ਼ਨਾ ਵੀ ਐਵੇਂ ਹੀ ਆ, ਹੰਕਾਰ ਵੀ ਐਵੇਂ ਹੀ ਆ, ਮੋਹ ਵੀ ਐਵੇਂ ਹੀ ਆ। ਜਿਹੜੇ ਬੰਦੇ ਤੇ ਮੋਹ ਆਉਂਦਾ, ਫਿਰ ਮੋਹ ਹੀ ਆਉਣਾ ਚਾਹੀਦਾ, ਗੁੱਸਾ ਕਿਉਂ ਆਉਂਦਾ? ਮੋਹ ਆਉਂਦਾ, ਉੱਤਰ ਜਾਂਦਾ, ਕੱਚਾ ਰੰਗ ਆ। ਇੱਕ ਪੱਕਾ ਰੰਗ ਵੀ ਹੈ ਇਹਨਾਂ ਰੰਗਾਂ ਦੇ ਵਿੱਚ। ਐਸੇ ਮਾਲਕ ਦੇ ਰੰਗ ਨੂੰ ਆਪਾਂ ਚੁਣਨਾ ਹੈ। ਸੋ ਤੁਸੀਂ ਕਿਹੜਾ ਚੁਣੋਗੇ ਰੰਗ? ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਐਸੇ ਰੰਗ ਨੂੰ ਆਪਾਂ ਚੁਣਨਾ ਹਾਂ, ਤਾਂ ਹੀ ਆਪਾਂ ਸੰਗਤ ਕਰਦੇ ਹਾਂ। ਵੀ ਬਾਹਰ ਬੜਾ ਕੁਝ ਕੱਚਾ ਹੈ, ਤੁਸੀਂ ਗੁਰੂ ਜੀ ਪੂਰੇ ਹੋ, ਪੂਰੇ ਕਾ ਕੀਆ ਸਭ ਕਿਛ ਪੂਰਾ। ਤੁਹਾਡਾ ਰੰਗ ਜਿਹੜਾ ਹੈ ਨਾਮ ਦਾ, ਉਹ ਪੱਕਾ ਹੈ। ਇਹ ਸਾਨੂੰ ਦੇ ਦਿਓ, ਸਾਡੀ ਜ਼ਿੰਦਗੀ ਸੋਹਣੀ ਬਣੇ। ਇਹ ਮਹਾਰਾਜ ਨੇ ਦੱਸਿਆ ਹੈ। ਇੰਨੀਆਂ ਕੁ ਬੇਨਤੀਆਂ ਨੂੰ ਆਪ ਜੀ ਸਵੀਕਾਰ ਕਰੋ। ਗੁਰੂ ਸਾਹਿਬਾਨ ਦੀ ਜਿਹੜੀ ਸ਼ਾਨ ਹੈ ਬਹੁਤ ਉੱਚੀ ਹੈ ਜੀ। ਬੋਲਦੇ ਆ ਇੱਕ ਨਹੀਂ, ਨਾਨਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹਨ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਸਾਨੂੰ ਬਖਸ਼ ਲੈਣ। ਨਗਰ ਵਿੱਚ ਏਕਤਾ, ਥਵਾਕ, ਸੁਖ ਸ਼ਾਂਤੀ, ਭਾਈਚਾਰੇ ਦੀ ਦਾਤ ਬਖਸ਼ਿਸ਼ ਕਰਨ। ਆਓ ਪਿਆਰ ਦੇ ਨਾਲ ਆਪਾਂ ਵੀ ਕਹਿ ਲਈਏ ਵਾਹਿਗੁਰੂ, ਤੇ ਪੱਕੇ ਰੰਗ ਵੱਲ ਚੱਲੀਏ, ਕੱਚੇ ਰੰਗ ਤੋਂ। ਤੇ ਕਾਸ਼ ਕਿਤੇ ਇਹੋ ਜਿਹਾ ਰੰਗ ਸਦਾ ਹੀ ਹੋ ਜਾਵੇ, ਸਾਡਾ ਜੀਵਨ ਵੀ ਸੁੰਦਰ ਬਣ ਜਾਵੇ। ਵਾਹਿਗੁਰੂ ਵਾਹਿਗੁਰੂ।
देहो सज्जणी असीसड़ियाँ जो होवे साहिब सो मेल। वाहिगुरु जी का खालसा वाहिगुरु जी की फतेह। तू ठाकुर तुम है अरदास।